ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਗਤ ਵਿੱਚ ਇੱਕ ਐਸੇ ਅਵਤਾਰੀ ਪੁਰਸ਼ ਨੇ ਜਿਨ੍ਹਾਂ ਦੀ ਮਿਸਾਲ ਘੱਟ ਹੀ ਮਿਲਦੀ ਹੈ। ਵੈਸਾਖ ਵਦੀ ਸੱਤ 1620 ਬਿਕਮੇ ਸੰਮਤ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਮਾਤਾ ਭਾਨੀ ਦੀ ਕੁੱਖ ਤੋਂ ਗੋਬਿੰਦਵਾਲ ਸਾਹਿਬ ਵਿੱਚ ਆਪ ਦਾ ਆਗਮਨ ਹੋਇਆ। ਇਹ ਨੂਰਾਨੀ ਜੋਤ ਉਸ ਥਾਂ ਤੇ ਹੀ ਉਜਾਗਰ ਹੋਈ। ਗੋਬਿੰਦਵਾਲ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ। ਸਹਿਜੇ ਸਹਿਜੇ ਆਪ ਦਾ ਬਚਪਨਾ ਵੀ ਇਸ ਢੰਗ ਨਾਲ ਬਤੀਤ ਹੋ ਰਿਹਾ ਹੈ ਕਿ ਭੱਟਾਂ ਨੂੰ ਕਹਿਣਾ ਪਿਆ ਹੈ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਤੋਂ ਹੀ ਬ੍ਰਹਮ ਗਿਆਨੀ ਹੋ, ਜਨਮ ਤੋਂ ਹੀ ਬ੍ਰਹਮਨਿਸ਼ਟ ਹੋ, ਜਨਮ ਤੋਂ ਹੀ ਈਸ਼ਵਰ ਨਾਲ ਜੁੜੇ ਹੋਏ ਹੋ। ਇਸ ਦਾ ਇੱਕ ਇਤਿਹਾਸਕ ਸਬੂਤ ਵੀ ਮਿਲਦਾ ਹੈ ਕਿ ਅਜੇ ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹਨ ਦੀ ਕੋਸ਼ਿਸ਼ ਪੈ ਕਰਦੇ ਸਨ। 1 ਸਾਲ ਦੇ ਬਾਲਕ ਦੀ ਕਾਇਆ 2.5 ਫੁੱਟ ਉੱਚਾ ਸਿੰਘਾਸਣ, ਪੂਰੀ ਕੋਸ਼ਿਸ਼ ਕਰਨ ਲੇਕਿਨ ਸਰੀਰ ਚੜ੍ਹ ਨਾ ਸਕੇ। ਮਾਤਾ ਭਾਨੀ ਜੀ ਭੱਜੇ ਹੋਇਆ ਹੈ, ਇੱਕਦਮ ਆਪ ਨੂੰ ਚੁੱਕਿਆ ਔਰ ਆਖਿਆ, ਲਾਲ ਜੀ ਇਸ ਗੱਦੀ ਤੇ ਨਹੀਂ ਬੈਠੇਗਾ, ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਹੈ, ਇਸ ਤੇ ਨਹੀਂ ਬੈਠੀਦਾ। ਇਤਨੇ ਚ ਗੁਰੂ ਅਮਰਦਾਸ ਜੀ ਮਹਾਰਾਜ ਆ ਗਏ। ਭਾਨੀ ਦੇ ਹੱਥੋਂ ਬੱਚੇ ਨੂੰ, ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਣ ਤੇ ਬਿਠਾ ਕੇ ਕਹਿਣ ਲੱਗੇ, ਇਹ ਦੋਹਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਜਹਾਜ਼ ਹੈ, ਤੇ ਜੇ ਇਹੀ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ। ਇਹ ਭਵਿਸ਼ਵਾਕ, ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ। ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ ਔਰ ਬਾਣੀ ਦੇ ਜਹਾਜ਼ ਜਗਤ ਵਿੱਚ ਕਹਿਲਾਏ। ਆਪ ਦੀ ਅਜ਼ੀਮ ਦੇਨ ਹਰਿਮੰਦਰ ਤੇ ਫਿਰ ਤਰਨ ਤਾਰਨ ਦਾ ਮਹਾਨ ਤੀਰਥ ਤੇ ਅਸਥਾਨ ਹੈ। ਕਹਿੰਦੇ ਨੇ ਜਦ ਆਪ ਨੇ ਹਰਿਮੰਦਰ ਤਾਮੀਰ ਕਰਾਉਣ ਦੀ ਸੋਚੀ, ਉਸਾਰਨ ਦੀ ਸੋਚੀ, ਤਾਂ ਆਪ ਦੇ ਅੰਦਰ ਖਿਆਲ ਆਇਆ, ਨੀਂਹ ਕਿਸ ਕੋਲੋਂ ਰਖਾਈਏ, ਬੁਨਿਆਦੀ ਪੱਥਰ ਕਿਸ ਕੋਲ ਰਖਾਈਏ। ਆਪ ਨੇ ਇਸ ਦੀ ਨੀਂਹ ਸਾਈਂ ਮੀਆਂ ਮੀਰ ਪਾਸੋਂ ਰਖਾਈ। ਇਸ ਤਰੀਕੇ ਨਾਲ ਵਿਤਕਰਿਆਂ ਤੋਂ ਉੱਚੀ ਦੁਨੀਆ, ਭੇਦ ਭਾਵ ਤੋਂ ਉੱਚੀ ਦੁਨੀਆ ਦਾ ਸਬੂਤ ਆਪ ਨੇ ਮੁਹੱਈਆ ਕੀਤਾ। ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ, ਜੋ ਸਿੱਖ ਇਤਿਹਾਸ ਵਿੱਚ ਪੂਰਨ ਤੌਰ ਤੇ ਉਜਾਗਰ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਰ ਅਜ਼ੀਮ ਦੇਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੋਥੀਆਂ ਦੇ ਰੂਪ ਦੇ ਸਨ। ਕੁਝ ਪੋਥੀਆਂ ਬਾਬਾ ਮੋਹਨ ਜੀ ਪਾਸ ਸਨ, ਗੋਬਿੰਦਵਾਲ ਸਾਹਿਬ। ਕਹਿੰਦੇ ਨੇ ਬਾਬਾ ਬੁੱਢਾ ਜੀ ਪੋਥੀਆਂ ਲੈਣ ਲਈ ਗਏ, ਮਾਯੂਸ ਲੋਟੇ। ਭਾਈ ਗੁਰਦਾਸ ਜੀ ਪੋਥੀਆਂ ਲੈਣ ਲਈ ਗਏ, ਮੋਹਨ ਜੀ ਨੇ ਨਹੀਂ ਦਿੱਤੀਆਂ। ਤਾਂ ਨੰਗੀ ਪੈਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ। ਉੱਥੇ ਜਿਸ ਢੰਗ ਨਾਲ ਪ੍ਰਭੂ ਮੋਹਨ ਦੀ, ਅਕਾਲ ਪੁਰਖ ਮੋਹਨ ਦੀ ਉਸਤਤੀ ਕੀਤੀ ਤੇ ਆਖਿਆ, ਮੋਹਨ ਤੇਰੇ ਉੱਚੇ ਮੰਦਰ। ਪ੍ਰਭੂ ਦੀ ਇਸ ਉਪਮਾ ਨੂੰ ਮਿੱਠੀ ਆਵਾਜ਼, ਮਿੱਠੀ ਧੁਨੀ ਦੇ ਰਾਹੀਂ ਜਦ ਸੁਣਿਆ, ਸਮਾਧੀ 'ਚ ਬੈਠੇ ਮੋਹਨ ਜੀ ਦੀ ਅੱਖ ਖੁੱਲੀ, ਆਪ ਥੱਲੇ ਆਏ। ਚੌਬਾਰਾ ਮੋਹਨ ਜੀ ਦਾ ਅੱਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ। ਆਪ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਦਰ ਬਿਠਾਇਆ, ਪੋਥੀਆਂ ਹਵਾਲੇ ਕੀਤੀਆਂ
लेकिन कुछ वचन भी कहे जो कवि संतोख सिंह जी महाराज ने इंज लिखे ने। प्रथम हमारी वस्त लई पित पात ते, कुल भनयन की होती जो गुरता जासते। पहले ते तुसी साडे पिता गुरु अमरदास जी महाराज दे पासों ये सिंघासन प्राप्त कर लिया। थोड़े पिता ने प्राप्त कर लिया। वस्तु साडी सी, तुसी खो ली। वस्तु ते भलियां दे कोल सी, सोडियां ने खो ली। प्रथम हमारी वस्त लई पित पासते, कुल भनयन की होती जो गुरता जासते। लाज न धारो आप अबै चल आयो, तब गुरुअन के शब्द लैन हित धायो। ते हुण थानू शर्म नहीं आउंदी, गद्दी ते चली गई साडे कोलों, हुण पोथियां लैण लई आ गए, हुण सतगुरां दे बचन लैण लई जो है आ गए। और हाथ जोड़ के गुरु अर्जन देव जी महाराज बैठे रहे। गुरु अमरदास जी महाराज दी पावन संतान जान के, समाधि लीन पुरुष जान के मन दे सत्कार बनाई रखिया। निंदा उस्तत ब्याज बचन मोहन कहे। बाबा मोहन जी ने ये ठीक है, इंज लगदा है जिवें निंदा कीती है, पर निंदा च भी उस्तति कर रहे ने कि तुसी महान निकले। सौगात साडे पिता कोल सी, लै गए तुसी, असी योग नहीं निकले। साडे कोले योगता नहीं सी कि असी पिता कोले प्राप्त कर दे, पर तुसी लै गए, थोड़े पिता लै गए। सौगात साडे घर दी पै गई थोड़ी जो है झोली च। इस तरह निंदा दे च लिपटे होए उस्तत दे बचन बाबा मोहन जी ने कहे। इन्हां पोथियां नूं अपने सिर दे उत्ते ही रख के गुरु अर्जन देव जी महाराज अमृतसर दे च आए। रामसर दे च बैठ के आपने धन गुरु ग्रंथ साहब जी महाराज की जद संपादना आरंभ की थी, आप बोलते गए, भाई गुरदास लिखते गए। गुरु ग्रंथ साहब जी महाराज की पावन पीड़ दे पहले उच्चारण करता गुरु अर्जन देव जी, लिखारी भाई गुरदास जी। कहते जिन्हां दिनां गुरु ग्रंथ साहब जी महाराज की संपादना हो रही सी, दूर दूर तो भगत आप जी पास आए, क्योंकि देश दे आम चर्चित हो गई सी गल कि सिरमौर भगत, महान भगत जो इस देश दे होए ने, जिन्हां दे बचन गुरु नानक देव जी महाराज ने इकट्ठे कीते सन पहले पातशाह जी ने, उन्हां नूं उस महान ग्रंथ दे दर्ज कर रहे ने गुरु नानक दी पंजवीं आत्मा धन गुरु अर्जन देव जी महाराज। आप दे जो समकाली सन भगत सूरदास इत्यादक, कान्हा जी, पीलू जी, छज्जू जी और इस तरीके नाल कवि जमाल हुसैन इत्यादक, ये भी अपने अपने बचन कलाम लेके रामसर श्री अमृतसर साहब दे जो है पहुंचे। कहते जदों तरतीब दे रहे सन, उदों ही कान्हा जी दा आगमन होया और पीलू जी दा और जमाल हुसैन दा। साहब कहन लगे, तुसी अपने बोल सुनाओ। अगर वो गुरु ग्रंथ साहब जी महाराज दे अंदर दर्ज करन दे लायक होए तां असीं दर्ज करांगे। तो कान्हा जी दे ए बचन, मैं ओही रे, मैं ओही रे, अजे पूरे वाक बोलने ही सन ते गुरु अर्जन देव जी महाराज ने चुप करा दिता। आख्या चुप रहे, असी मैं दे चलीन नहीं होना, तू दे चलीन होना है। असी मैं मिटानी है, असी ओ साधना करनी है कि मैं मिट ही जाए, मैं भुल ही जाए और तू प्रगट होवे, तू ही तू रह जावे। इस वास्ते इन्हां बचनां च अहंकार दी बू आउंदी है, निरंकार दी सुगंधी नहीं। कहंदे ने फिर छज्जू अगे आया, वो कहने लगा, कागज संधि पुत्री तो भी त्रिय ना निहार, यही मार ले जावई यथा बिलोचन धाड़। स्त्री अगर कागज दी भी बनी हुई है, उसकी कोई तस्वीर भी है, तो नहीं देखनी चाहिए। ये नरकां विच लै जांदी है, ये नरक दुआरी है।
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਆਪਣੀ ਮਾਂ ਨੂੰ ਵੇਖਦਾ ਹੁੰਦਾ ਹੈ ਕਿ ਨਹੀਂ, ਭੈਣ ਨੂੰ ਵੇਖਦਾ ਹੈ ਕਿ ਨਹੀਂ, ਆਖਿਰ ਉਹ ਸਰੂਪ ਵੀ ਇਸਤਰੀ ਹੈ, ਉਹ ਵੀ ਤੈਨੂੰ ਨਰਕਾਂ 'ਚ ਸੁੱਟੇਗੀ। ਇਹ ਬੋਲ ਵੀ ਸਾਡੀ ਮੱਤ ਤੇ ਪੂਰੇ ਨਹੀਂ ਉਤਰਦੇ, ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ। ਤੇ ਕਹਿਣਾ ਪਏਗਾ, ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ ਤਾਂ ਮਨੁੱਖ ਨੂੰ ਨਰਕਾਂ ਵਿੱਚ ਪਾਉਣ ਲਈ ਬਣਾਇਆ ਹੈ, ਤਾਂ ਈਸ਼ਵਰ ਦੋਸ਼ੀ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਭਗਤਾਂ ਦੇ ਕਲਾਮ ਵਾਪਸ ਕੀਤੇ। ਫਿਰ ਇੱਕ ਭਗਤ ਅੱਗੇ ਆਇਆ, ਉਹ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਬੋਲ ਸੁਣੋ। ਸਤਿਗੁਰੂ ਕਹਿਣ ਲੱਗੇ, ਸੁਣਾ। ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ। ਸਾਹਿਬ ਕਹਿਣ ਲੱਗੇ, ਨਹੀਂ, ਚੁੱਪ ਨਹੀਂ ਰਹਿਣਾ। ਜਿੱਥੇ ਲੋੜ ਪਈ ਬੋਲਣਾ ਹੈ, ਜਿੱਥੇ ਲੋੜ ਨਹੀਂ ਖਾਮੋਸ਼ ਰਹਿਣਾ ਹੈ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਕੁਛ ਕਹਿਣਾ ਹੈ, ਕੁਛ ਸੁਣਨਾ ਹੈ, ਚੁੱਪ ਨਹੀਂ ਰਹਿਣਾ। ਅਗਰ ਚੁੱਪ ਹੀ ਰਹਿਣਾ ਹੈ ਤਾਂ ਦਰਖਤ ਚੁੱਪ ਨੇ, ਪੱਥਰ ਚੁੱਪ ਨੇ, ਤੇ ਫਿਰ ਪ੍ਰਭੂ ਨੇ ਜ਼ਬਾਨ ਕਿਉਂ ਬਣਾਈ? ਚੁੱਪ ਰਹਿਣ ਲਈ ਨਹੀਂ, ਮੌਨ ਧਾਰਨ ਕਰਨ ਲਈ ਨਹੀਂ, ਬੋਲਣ ਲਈ ਬਣਾਈ ਹੈ। ਔਰ ਉਹ ਬੋਲਣਾ ਹੈ, ਉਹਨਾਂ ਬੋਲਾਂ ਨੂੰ ਪ੍ਰਗਟ ਕਰਨਾ ਹੈ ਜਿਹਨੂੰ ਸੁਣ ਕੇ ਸੰਸਾਰ ਨੂੰ ਸ਼ਾਂਤੀ ਮਿਲੇ, ਆਪਣੇ ਆਪ ਨੂੰ ਚੈਨ ਮਿਲੇ, ਪ੍ਰਭੂ ਦੀ ਪ੍ਰਸੰਨਤਾ ਹਾਸਲ ਹੋਵੇ। ਬੋਲਣਾ ਹੈ, ਚੁੱਪ ਨਹੀਂ ਰਹਿਣਾ। ਕਹਿੰਦੇ ਨੇ ਬਿੰਦਰਾਬਨ ਤੋਂ ਪਹੁੰਚੇ ਭਗਤ ਸੂਰਦਾਸ, ਨੇਤਰਹੀਣ ਸਨ। ਇਹ ਵੀ ਲਾਠੀ ਦੇ ਆਸਰੇ ਤੇ ਖੜੇ ਹੋਏ ਬਿਰਧ ਸਰੀਰ ਸੀ। ਆਖਣ ਲੱਗੇ, हे ਗੁਰਦੇਵ ਪਿਤਾ, ਪਰਿਪੂਰਨ ਪ੍ਰਮਾਤਮਾ ਨੇ ਕੁਛ ਮੈਨੂੰ ਵੀ ਸੌਗਾਤ ਦਿੱਤੀ ਹੈ, ਔਰ ਮੈਂ ਉਹ ਆਪ ਦੇ ਨਜ਼ਰਾਨੇ ਵਜੋਂ ਭੇਟ ਕਰਨ ਆਇਆ। ਸਾਹਿਬ ਕਹਿਣ ਲੱਗੇ, ਸੁਣਾਓ। ਇਹ ਭਗਤ ਜਿੱਥੇ ਮਹਾਨ ਕਵੀ ਸਨ, ਉੱਥੇ ਮਹਾਨ ਸੰਗੀਤਕਾਰ ਵੀ ਸਨ। ਦੁਪਹਿਰ ਦਾ ਸਮਾਂ ਸੀ, ਤਾਰੰਗ ਰਾਗ ਦੀ ਧੁਨ ਅਲਾਪੀ ਔਰ ਵਜਦ ਵਿੱਚ ਆ ਕੇ ਇਸ ਪੰਕਤੀ ਦਾ ਗਾਇਨ ਕੀਤਾ। ਛਾੜ ਮਨ ਹਰ ਬੇਮੁਖਨ ਕੋ ਸੰਗ। ਐਸੇ ਮਧੁਰ ਆਵਾਜ਼ ਵਿੱਚ, ਐਸੇ ਸੁਰੀਲੇ ਕੰਠ ਦੇ ਚੋਂ ਔਰ ਐਸੀ ਲਹਿ ਤਾਰ ਵਿੱਚ ਅਲਾਪ ਹੋਇਆ, ਸੂਰਦਾਸ ਦੀ ਆਪਣੀ ਹੀ ਸਮਾਧੀ ਲੱਗ ਗਈ। ਸੁਣਨ ਵਾਲੇ ਬਿਸਮਾਰ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਪ੍ਰਸੰਨ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਗਤ ਸੂਰਦਾਸ ਦੇ ਇਹ ਬੋਲ ਇਤਨੇ ਪਿਆਰੇ ਲੱਗੇ, ਇਤਨੇ ਚੰਗੇ ਲੱਗੇ। ਆਪ ਸੋਚੀ ਪਏ ਨੇ ਕਿ ਸੂਰਦਾਸ ਅੱਗੇ ਵਧੇ, ਪੂਰਾ ਵਾਕ ਸੁਣੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਕਰੀਏ। ਇਤਨੇ ਚ ਲਾਂਗਰੀ ਸਿੰਘ ਆਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਲੰਗਰ ਤਿਆਰ ਹੈ, ਪੰਗਤਾਂ ਬਿਰਾਜ ਗਈਆਂ ਨੇ ਔਰ ਆਪ ਦੀ ਉਡੀਕ ਹੈ। ਸਤਿਗੁਰੂ ਦੇਵ ਜੀ ਮਹਾਰਾਜ ਸੋਚਦੇ ਨੇ, ਜਾਈਏ ਤੇ ਭਗਤ ਦੀ ਤੋਹੀਨ ਜੋ ਜੁੜ ਗਿਆ ਪ੍ਰਭੂ ਨਾਲ, ਤੇ ਨਾ ਜਾਈਏ ਤਾਂ ਪੰਗਤਾਂ ਲੱਗ ਚੁੱਕੀਆਂ ਨੇ, ਅੰਨ ਦੀ ਤੋਹੀਨ, ਲੰਗਰ ਦੀ ਤੋਹੀਨ। ਭਗਤ ਦਾ ਵੀ ਸਨਮਾਨ ਰਹਿ ਜਾਏ ਔਰ ਪੰਗਤ ਦੇ ਚ ਵੀ ਜਾ ਬੈਠੀਏ। तो गुरु अर्जन देव जी महाराज ने भाई गुरदास ਨੂੰ ਹੁਕਮ ਕੀਤਾ ਕਿ ਆਪ ਇਹਨਾਂ ਦੀ ਇੱਕ ਪੰਕਤੀ ਹੀ ਦਰਜ ਕਰ ਦੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇਸ ਭਗਤ ਦੀ ਇੱਕੋ ਹੀ ਪੰਕਤੀ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ। ਭਾਈ ਗੁਰਦਾਸ ਜੀ ਨੇ ਇਹ ਪੰਕਤੀ ਦਰਜ ਕਰਕੇ ਕਬੀਰ ਜੀ ਦਾ ਬਾਅਦ ਵਿੱਚ ਇੱਕ ਸ਼ਬਦ ਚੜਾਇਆ ਗਿਆ। ਸਾਰੰਗ ਰਾਗ ਦੀ ਸਮਾਪਤੀ ਹੋਈ ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਜਗਤ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ, ਸੰਗਤਾਂ ਨੂੰ ਇਹ ਬੋਧ ਕਿਸ ਤਰ੍ਹਾਂ ਹਾਸਲ ਹੋਵੇਗਾ ਕਿ ਇਹ ਪੰਕਤੀ ਭਗਤ ਸੂਰਦਾਸ ਜੀ ਦੀ ਹੈ। ਸਾਹਿਬ ਕਹਿਣ ਲੱਗੇ, ਇਸ ਦਾ ਸਿਰਲੇਖ ਲਿਖੋ। ਹੁਣ ਪੰਕਤੀ ਲਿਖਵਾਉਣ ਤੋਂ ਬਾਅਦ ਸਿਰਲੇਖ ਲਿਖਵਾਉਂਦੇ ਨੇ। ਉੱਪਰ ਲਿਖੋ, ਸਾਰੰਗ ਮਹੱਲਾ ਪੰਜਵਾਂ ਸੂਰਦਾਸ।
ਸਾਹਿਬ ਕਹਿੰਦੇ ਸ਼ਬਦ ਅਸੀਂ ਉਚਾਰਨ ਕਰਦੇ ਹਾਂ ਔਰ ਸ਼ਬਦ ਸੂਰਦਾਸ ਨੂੰ ਭੇਟ ਕਰਦੇ ਹਾਂ, ਉਸ ਦੇ ਨਾਮ ਤੇ ਉਚਾਰਨ ਕਰਦੇ ਹਾਂ ਤਾਂ ਕਿ ਉਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੋ ਜਾਏ। ਗੁਰੂ ਅਰਜਨ ਦੇਵ ਜੀ ਦੀ ਸੋਚ ਨੇ ਸੂਰਦਾਸ ਨੂੰ ਅਮਰ ਕਰਨ ਦਾ ਜਜ਼ਬਾ। ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ, ਲੇਕਿਨ ਉਸ ਦੇ ਚ ਨਾਨਕ ਸ਼ਬਦ ਨਹੀਂ ਹੈ। ਸੂਰਦਾਸ ਦੀ ਉੱਪਰ ਇੱਕ ਪੰਕਤੀ ਹੈ, ਇਹ ਜਗਤ ਨੂੰ ਪਤਾ ਚਲੇ ਕਿ ਇਹ ਇੱਕ ਪੰਕਤੀ ਸੂਰਦਾਸ ਦੀ ਹੈ। ਥੱਲੇ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੂਰਦਾਸ ਨੂੰ ਭੇਟ ਕੀਤਾ ਹੈ। ਤੋ ਸਿਰਲੇਖ ਇਹ ਲਿਖਵਾਇਆ, ਸਾਰੰਗ ਮੱਲਾ ਪੰਜਵਾਂ ਸੂਰਦਾਸ। ਥੱਲੇ ਜੋ ਪਾਵਨ ਵਾਕ ਹੈ ਉਹ ਇੰਜ ਹੈ, ਹਰ ਕੇ ਸੰਗ ਬਸੇ ਹਰ ਲੋਕ, ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਧੁਨ ਜੋਕ। श्याम सुंदर तज आन जो चाहत, ज्यों कुसटी तन जोग, सूरदास मन प्रभहत लीनो दीनो एहो परलोक। सूरदास दे मन नूं प्रभु ने अपने हत्थां च लिया और परलोक दे सुख इस लोक दे दे दित्ते। ऐसा क्यों? सूरदास दी समझ दे च एक गल आ गई है कि श्याम सुंदर तज आन जो चाहत, ज्यों कुसटी तन जोग। प्रभु नूं छड़ के ਕਿਸੇ ਹੋਰ ਵਸਤੂ ਦੀ ਵਾਸ਼ਨਾ ਕਰਨੀ, ਇਹ ਤੇ ਇੰਜ ਹੈ ਜਿਵੇਂ ਜੌਂਕ ਕੋੜੀ ਦਾ ਖੂਨ ਪੀਂਦੀ ਏ ਮਿੱਠਾ ਜਾਣ ਕੇ, ਤੇ ਬਾਅਦ ਵਿੱਚ ਤੜਪ ਤੜਪ ਕੇ ਆਪਣੇ ਪ੍ਰਾਣ ਗਵਾ ਬੈਠਦੀ ਏ, ਆਪਣੀ ਜਾਨ ਦੇ ਦਿੰਦੀ ਏ। ਇਸ ਤਰ੍ਹਾਂ ਭੱਟਾਂ ਦੇ ਸਵਈਏ, ਕਬੀਰ ਫਰੀਦ ਦੇ ਸ਼ਲੋਕ, ਤੇ ਫਿਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕਰਕੇ ਆਪ ਨੇ ਪ੍ਰਕਾਸ਼ ਕਰਵਾਇਆ ਹਰਿਮੰਦਰ ਸਾਹਿਬ ਦੇ ਵਿੱਚ। ਹੁਕਮਨਾਮਾ ਬਾਬੇ ਬੁੱਢੇ ਜੀ ਨੇ ਲਿਆ, ਆਪ ਨੇ ਸਰਵਣ ਕੀਤਾ ਔਰ ਉੱਥੇ ਸਾਰੀ ਸੰਗਤ ਨੂੰ ਜੋ ਆਪ ਨੇ ਤਾਕੀਦ ਕੀਤੀ ਉਹ ਇਹ, ਸਤਿਗੁਰ ਕੇ ਸਰੀਰ ਹੈ ਜੋ, ਤਬ ਥਾਨ ਸਮੇਂ ਤਬ ਨਾ ਦਰਸੈ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਥਾਵਾਂ ਤੇ ਨਹੀਂ ਹੋ ਸਕਦੇ, ਮੇਰੀ ਕਾਇਆ ਵਿਆਪਕ ਨਹੀਂ ਹੈ। ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ। ਗੁਰੂ ਦਾ ਹਿਰਦਾ, ਗੁਰੂ ਦੀ ਆਤਮਾ, ਗੁਰੂ ਗ੍ਰੰਥ ਨੂੰ ਜਾਣਨਾ, ਇਹ ਹਰ ਵਕਤ ਮੌਜੂਦ ਨੇ ਔਰ ਹਰ ਥਾਂ ਤੇ ਮੌਜੂਦ ਨੇ। ਸ਼ਬਦ ਬਿਲਕੁਲ ਨਾਲ ਰਹਿ ਸਕਦਾ ਹੈ ਮਨੁੱਖ ਦੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੋ ਆਪ ਕਹਿੰਦੇ ਨੇ ਮੇਰੇ ਸਰੂਪ ਤੇ ਜਾਂ ਤੇ ਹੈ ਦੀਰਗ, ਸਾਹਿਬ ਜਾਨ ਅਦਾਇਬ ਕਹਿ। ਮੇਰੇ ਤੋਂ ਵੱਡਾ ਕਰਕੇ ਜਾਣਨਾ, ਕਿਉਂਕਿ ਮੈਂ ਆਪ ਉਪਾਸ਼ਕ ਹਾਂ, ਮੈਂ ਆਪ ਸ਼ਬਦ ਗੁਰੂ ਨੂੰ ਮੱਥਾ ਟੇਕਦਾ। ਇਹ ਪ੍ਰਭੂ ਦੇ ਬੋਲ ਨੇ, ਪ੍ਰਮਾਤਮਾ ਦੇ ਬੋਲ ਨੇ, ਨਾਜ਼ਿਲ ਹੋਏ ਨੇ, ਉਤਰੇ ਨੇ। ਇਸ ਤਰੀਕੇ ਦੇ ਨਾਲ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਪ ਨੇ ਪ੍ਰਕਾਸ਼ ਕਰਵਾਇਆ। ਪ੍ਰਿਥੀ ਚੰਦ ਮਨ ਦੇ ਚ ਆਪਣੀ ਈਰਖਾ ਵਧਾਈ ਜਾ ਰਿਹਾ ਸੀ। ਕਹਿੰਦੇ ਨੇ ਚਾਰੋਂ ਪਾਸੇ ਮਸੰਦਾਂ ਦੀ ਆਮਦ ਵੀ ਰੋਕ ਦਿੱਤੀ, ਸੰਗਤਾਂ ਦੀ ਆਮਦ ਵੀ ਉਸਨੇ ਜਬਰਨ ਰੋਕੀ, ਔਰ ਇਸ ਤੋਂ ਇਲਾਵਾ ਸੁਲੀ ਖਾਨ ਨੂੰ ਵੀ ਉਕਸਾਇਆ। ਹਾਲਾਤ ਐਸੇ ਵੀ ਬਣੇ ਕਿ ਲੰਗਰ ਇੱਕ ਦਿਨ ਬਿਲਕੁਲ ਮਸਤਾਨਾ ਹੋ ਗਿਆ ਔਰ ਕਰਮੋਂ ਜੋ ਪ੍ਰਿਥੀ ਚੰਦ ਦੀ ਵੋਟੀ ਸੀ ਕਹਿਣ ਲੱਗੀ ਕੋਈ ਗੱਲ ਨਹੀਂ ਹੈ ਤੇ ਬੇ ਔਲਾਦਾ ਗੁਰੂ ਅਰਜਨ, ਇਹ ਸਾਰੀ ਸੰਪਤੀ ਸਾਡੀ ਹੈ, ਇਹ ਸਾਰਾ ਧਨ ਮਾਣ ਪ੍ਰਤਿਸ਼ਠਾ ਸਾਡੀ ਹੈ, ਇਹ ਹੈ ਤੇ ਬੇ ਔਲਾਦਾ। ਕਹਿੰਦੇ ਨੇ ਇਹ ਬੋਲ ਜਗਤ ਮਾਤਾ ਗੰਗਾ ਨੂੰ ਚੁਭੇ, ਜੋ ਆਪ ਦੀ ਸੁਪਤਨੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਇਸ ਤਰ੍ਹਾਂ ਦੇ ਬੋਲ ਫਿਰ ਪ੍ਰਿਥੀ ਚੰਦ ਦਾ ਇਹ ਈਰਸ਼ਾਲੂ ਸੁਭਾਅ, ਕਹਿੰਦੇ ਨੇ ਮਸੰਦਾਂ ਦੇ ਰਾਹੀਂ ਧਨ ਲੁੱਟ ਲਿਆ, ਅੰਨ ਲੁੱਟ ਲਿਆ, ਵਸਤਰ ਲੁੱਟ ਲਏ, ਸਾਜ਼ੋ ਸਮਗਰੀ ਲੁੱਟ ਲਈ ਔਰ ਚਾਰੋਂ ਪਾਸੇ ਪਹਿਰਾ ਬਿਠਵਾ ਦਿੱਤਾ, ਕੋਈ ਪਹੁੰਚੇ ਨਾ। ਹਾਲਾਤ ਐਸੇ ਬਣੇ ਅੱਜ ਦੁਪਹਿਰ ਦਾ ਲੰਗਰ ਤਿਆਰ ਹੀ ਨਹੀਂ ਹੋਇਆ। ਜਗਤ ਮਾਤਾ ਗੰਗਾ ਆਪ ਦੀ ਸੁਪਤਨੀ ਨੇ ਸੋਚਿਆ ਗੁਰਦੇਵ ਲਈ ਤੇ ਕੁਝ ਭੋਜਨ ਤਿਆਰ ਕਰਾਂ। तो आपने घर टटोलिया, देखिया एक मिट्टी दे भांडे विच थोड़ा जिहा बेसन पिया सी। आपने
उसदे 2 प्रशादे तैयार कीते, सतगुरां दे अग्गों रखे ते अग्गों रखदियां सार रो पईयां ज़ारो ज़ार। गुरु अर्जन देव जी महाराज ने उत्थे बोल उचारण कीते ने, रूखो भोजन भूम सैन सखी प्रे संग सुख बिहा। ऐ सखी, रुखा भोजन है, धरती ते सोना है, पर तू रो ना। पृथ्वी चंद अन्न लुट के ले गया है, धन लुट के ले गया है, बस्तर लुट के ले गया है, पर इन्हां नियामतां दे देण वाला जो दाता है वो ते मेरे हिरदे च बैठा है, उसनों लुट के ते नहीं ले गया। सागर मेरे कोल है, सूरज मेरे कोल है, महाशक्ति मेरे कोल है, प्रभु मेरे कोल है। उन्हें जमीन दे उत्ते ही आनंद बना दिता है, और उसने रुखे भोजन दे च भी स्वाद बना दिता है, रस बना दिता है। इस तरह सबर शांति दे नमूने धन गुरु अर्जन देव जी महाराज कहते ने, राज सता आप तो परेशान थी। उसदे कुछ कारण, जिथे देश दे कोने कोने तो संगतां आप दे दर्शनां लई आउंदियां सन, उत्थे मुस्लिम पीर फकीर भी आप दी चरण छो प्राप्त करन लई आप दे आले दुआले परिक्रमा करदे सन। साईं मियां मीर भी आप दे मुरीदां दे चों एक मुरीद सी। जमाल हुसैन भी आप दे सिखां दे चों एक सिख सी। वक्त दी हुकूमत नूं इह गल चुभी, साडे रस्ते दा एक रोड़ है, और इसदा सत, इसदी तपस्या, इसदा ज्ञान इतना उजागर हो रहा है कि सारे देश नूं प्रभावित कर रहे हैं। साडी सता लई किधरे खतरा ना हो जाए। दूसरे पासे सुली खान दे कन भरदा रहा पृथ्वी चंद, मौलवी कन भरदे रहे जहांगीर दे। सुलही खान अपने पूरे लाओ लश्कर समेत अमृतसर ते हमला आवर होया। साहिब गुरु अर्जन देव जी महाराज ने संगतां नूं एकत्रित कीता और पतवंते सजना दी राय लेनी चाहिए। पहला मता यह पकाया गया, प्रथमे मता जे पत्री चलाओ। ये शब्द गुरु ग्रंथ साहब जी महाराज की दर्ज है। चिट्ठी भेजो, पातशाह ने कहा नहीं। द्वितीय मता दो मानक पुछाओ, 2 बंदे भेजिए, वो सुली खान नूं समझान। साहब कहने लगे नहीं। तृतीय मता किछ करो उपाया, फिर महाराज असी खुद लड़ाई लई तैयार होइए, शस्त्र तैयार करिए, बस्तर तैयार करिए, खुद लड़िए। नहीं, इस मते नूं भी सतगुरां ने रद्द कर दिता। तृतीय मता किछ करो उपाया, मैं सब किछ छोड़ प्रभ तू ही दे आया। हे ईश्वर, बस तू ही मददगार है, मैं सब कुछ तेरे हवाले कीता है। रस्ते दे घोड़ा ऐसा मछरिया, लगाम टुटी और एक घोड़ा भज पिया भट्ठे दी तरफ, जिथे अग लगी हुई सी, इट्टां पक रही सन। उसे भट्ठे च एक घोड़ा गिर गया और सुलही खां गिर गया। इस तरह वो जिंदा ही जल के खाक हो गया। अमृतसर नूं खाक करदियां करदियां खुद ही खाक हो गया, खुद ही मिट्टी हो गया। सता दा मुखी जहांगीर, उसने गुरु अर्जन देव जी महाराज नूं सद्दा भेजिया और आख्या, इस्लाम संबंधी गुरु ग्रंथ साहब जी महाराज दे कुछ वाक ने, इन्हां नूं कढ दिओ। तां पहले आपने भाई गुरदास जी नूं भेजिया, और जिस दिन हुक्मनामा लिया गया गुरु ग्रंथ साहब जी महाराज दा, जो जहांगीर ने सुनिया वो ते ए सी, अवल अल्लाह नूर उपाया, कुदरत के सब बंदे। इन्हां बचनां नूं सुन के जहांगीर चाहे प्रभावित होया है, लेकिन राजनीतिक सी। सत दा इतना प्रताप वधदे होया वेख के उसनूं औखियाई सी। मुर्तजा खान दे हवाले गुरु अर्जन देव जी महाराज नूं कर दिता। हवेली दे गुरु अर्जन देव जी महाराज नूं बंद कर दिता गया और खुलियां सजावां देण दी छूट दे दी गई। चंदू ने भी
ਆਪਣੇ ਅੰਦਰ ਜੋ ਬਦਲੇ ਦੀ ਭਾਵਨਾ ਸੀ ਉਸ ਨੂੰ ਉਜਾਗਰ ਕੀਤਾ, ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਪਹਿਲੇ ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਉਬਲ ਦੀ ਦੇਗ ਦੇ ਚ ਉਬਾਲਿਆ ਗਿਆ, ਫਿਰ ਜਿਸਮਾਂ ਦੇ ਇਹ ਜਿਹੜੇ ਛਾਲੇ ਨੇ ਇਹਨਾਂ ਦੇ ਉੱਤੇ ਠੰਡਾ ਪਾਣੀ ਪਾਣ ਲਈ ਰਾਵੀ ਦੇ ਖੜੇ ਕਰਨ ਦਾ ਸੋਚਿਆ ਹੀ ਗਿਆ। ਸਾਈਂ ਮੀਆਂ ਮੀਰ ਦੀ ਆਮਦ ਹੋਈ, ਆਪ ਨੇ ਇਹ ਹਾਲਤ ਵੇਖੀ, ਰੋ ਪਏ। ਉਸ ਵਕਤ ਸਾਹਿਬ ਕਹਿਣ ਲੱਗੇ, ਸੁਣ ਕਿਹਾ ਸਤਿਗੁਰ ਨੇ ਮੀਆਂ ਛੋੜੋ ਪ੍ਰੀਤੀ ਚਾਮ ਸੇ, क्या हुआ तन तप गया मन शांत है हरि नाम से। आप ਰਾਵੀ ਦੇ ਕੰਢੇ ਤੇ ਪਹੁੰਚੇ, ਗਹਿਰੇ ਪਾਣੀ ਵਿੱਚ ਆਪ ਨੂੰ ਲੈ ਗਏ। ਦੁਖੀਆਂ ਦਾ ਤੇ ਖਿਆਲ ਸੀ ਕਿ ਜਲੇ ਹੋਏ ਪਿੰਡੇ ਨਾਲ ਜੈਸੇ ਠੰਡਾ ਪਾਣੀ ਛੂਏਗਾ ਤੜਪਣਾ ਜ਼ਿਆਦਾ ਹੋਵੇਗੀ, ਤਕਲੀਫ ਜ਼ਿਆਦਾ ਹੋਵੇਗੀ, ਪਰ ਉੱਥੇ ਵੀ ਹੱਥ ਜੋੜ ਕੇ ਜੋ ਸਾਹਿਬ ਕਹਿੰਦੇ ਨੇ, सेवक की ओढ़क निभही प्रीत, जीवत साहिब सेव्यो अपना, चलते राख्यो जी। हे प्रभु लख लख तेरा शुक्र है, जन्म तो लेके अंत तक तेरी प्रीति निभ गई। तेरी रजा दे च रहे, तेरे भाने च रहे, आ गया मैं सूख, आ गया मैं भूख, सोई कर सूखा, सोग हरख नहीं जान्यो, जो जो हुक्म भयो साहिब का, सो माथे ले मान्यो। जन्म तो लेके अंत तक प्रभु मैं तेरे हुक्म नूं मनिया, तेरे हुक्म विच जीविया, और अज अंतिम समय भी तेरा हुक्म मैनूं मिठा लग रहा है। इस वास्ते लख लख तेरा धन्यवाद शुकराना। भट्टा ने उपमा वजों ये वाक उच्चारण कीता है, जब लो ने भाग लिलार उदे, तब लो भ्रम ते फिरते बौधायो। कल घोर समुद्र में बूढ़त थे, कब हो मिट है नहीं रे पछतायो। तत्व विचार यह मथरा, जग तारन को अवतार बनायो। जप्यो जिन अर्जुन देव गुरु, फिर संकट जौन गर्भ नहीं आयो। जप्यो जिन अर्जुन देव गुरु, फिर संकट जौन गर्भ नहीं आयो। इस तरीके नाल जेठ सिद्धि चौथ ਨੂੰ ਸਾਹਿਬਾਂ ਦਾ ਤਨ ਪਾਣੀ ਦੇ ਵਿੱਚ ਪਾਣੀ ਹੋਇਆ, ਔਰ ਆਪ ਦਾ ਮਨ ਔਰ ਆਪ ਦੀ ਆਤਮਾ, ਆਪ ਦੀ ਜੋਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਈ। ਇਹ ਸ਼ਹੀਦੀ ਸਾਕਾ ਜੇਠ ਸਿੱਧੀ ਚੌਥ ਨੂੰ ਜੋ ਵਾਪਰਿਆ, ਉਸ ਤੋਂ ਬਾਅਦ ਸਿੱਖ ਜਗਤ ਵਿੱਚ ਗੁਰੂ ਘਰ ਵਿੱਚ ਸ਼ਹੀਦੀ ਦੀ ਇੱਕ ਸ਼ੰਖਲਾ ਚਲੀ। ਆਪ ਨੂੰ ਸ਼ਹੀਦਾਂ ਦਾ ਸਿਰਤਾਜ ਕਹਿੰਦੇ ਨੇ, ਸਿਰ ਮੋਹਰ ਕਹਿੰਦੇ ਨੇ। ਸ਼ਾਂਤੀ ਦੀ ਆਪ ਮੂਰਤੀ, ਸਬਰ ਦਾ ਆਪ ਮੁਜਸਮਾ, ਗਿਆਨ ਦੇ ਆਪ ਸਾਗਰ, ਸੇਵਾ ਦੀ ਮੂਰਤੀ, ਸੇਵਾ ਸਿਮਰਨ ਦੀ ਦਾਤ ਵੰਡਦਿਆਂ ਵੰਡਦਿਆਂ, ਸ਼ੁਕਰਾਨਾ ਕਰਦਿਆਂ ਕਰਦਿਆਂ ਜੇਠ ਸੁਦੀ ਚੌਥ ਨੂੰ ਆਪ ਇਸ ਢੰਗ ਦੇ ਨਾਲ ਸ਼ਹੀਦੀ ਸਾਕੇ ਦੁਆਰਾ ਪ੍ਰਭੂ ਵਿੱਚ ਲੀਨ ਹੋਏ, ਔਰ ਆਪਣੀ ਆਤਮਾ ਨੂੰ ਅਸਥਾਈ ਰੂਪ ਵਿੱਚ ਅਕਾਲ ਪੁਰਖ ਦੇ ਵਿੱਚ ਬਿਰਾਜ